ਮੈਂ ਜਾਣਦੀ ਹੀ ਨਹੀਂ ਸੀ ਕਿ ਜ਼ਿੰਦਗੀ ਦਾ ਕੋਈ ਅਜਿਹਾ ਵੀ ਡਿਮੈਂਸ਼ਨ ਹੁੰਦਾ ਜੋ ਹਾਸੇ ਤੋਂ ਸ਼ੁਰੂ ਹੁੰਦਾ ਵਾ। ਨਾ ਹੀ ਕਦੇ ਇਸ ਦੇ ਬਾਰੇ ਪੜ੍ਹਿਆ ਸੀ ਤੇ ਨਾ ਹੀ ਸੁਣਿਆ ਸੀ। ਬਸ ਇਸ ਤਰ੍ਹਾਂ ਜ਼ਰੂਰ ਸੀ ਕਿ ਜਿਨ੍ਹਾਂ ਵੀ ਰਿਸ਼ੀਆਂ ਮੁਨੀਆਂ ਨੂੰ ਪੜ੍ਹਿਆ ਸੁਣਿਆ, ਬਸ ਮਨ ਦੇ ਅੰਦਰ ਇੱਕ ਅਜਿਹੀ ਭਾਵਨਾ ਪੈਦਾ ਹੋ ਜਾਂਦੀ ਸੀ। ਮੈਂ ਦੇਖਦੀ ਸੀ ਇਸ ਭਾਵਨਾ ਦਾ ਜਾਲੋ ਜਹਾਲ ਕਿ ਕਿਸ ਤਰ੍ਹਾਂ ਮੇਰੇ ਅੰਦਰ ਬਸੇਰਾ ਕਰਦਾ ਵਾ ਅਤੇ ਕਿਸ ਤਰ੍ਹਾਂ ਮੈਂ ਜੀਣ ਦੇ ਲਈ ਉਤਾਵਲੀ ਹੁੰਦੀ ਹਾਂ। ਚਾਹੇ ਅਸੀਂ ਕਿੰਨਾ ਵੀ ਪੜ੍ਹਿਆ ਹੋਵੇ, ਸੁਣਿਆ ਹੋਵੇ, ਦੇਖਿਆ ਹੋਵੇ, ਪਰ ਜਦ ਅਸੀਂ ਅਜਿਹੇ ਕਿਸੇ ਵੀ ਅਨੁਭਵ ਦੇ ਵਿੱਚ ਵੀ ਗੁਜ਼ਰਦੇ ਹਾਂ, ਸਾਡਾ ਪੜ੍ਹਿਆ ਸੁਣਿਆ ਦੇਖਿਆ ਸਭ ਗਲਤ ਹੋ ਜਾਂਦਾ। ਕਿਉਂ ਗਲਤ ਹੁੰਦਾ? ਕਿਉਂਕਿ ਜਿਸ ਨੂੰ ਵੀ ਅਸੀਂ ਪੜ੍ਹਦੇ ਹਾਂ ਜਾਂ ਸੁਣਦੇ ਹਾਂ ਜਾਂ ਦੇਖਦੇ ਹਾਂ, ਉਸ ਨੂੰ ਅਸੀਂ ਆਪਣੀ ਹੀ ਸੋਚ ਅਤੇ ਸਮਝ ਦੇ ਅਨੁਸਾਰ ਹੀ ਪੜ੍ਹਦੇ ਹਾਂ, ਸੁਣਦੇ ਹਾਂ ਅਤੇ ਦੇਖਦੇ ਹਾਂ। ਉਸ ਦੇ ਨਾਲ ਸਾਡੀ ਅਸਲੀਅਤ ਦੀ ਪਹਿਚਾਣ ਨਹੀਂ ਆਉਂਦੀ। ਉਸ ਦੇ ਨਾਲ ਸਾਨੂੰ ਪਹਿਚਾਣ ਆਵੇਗੀ ਸਾਡੀ ਸੋਚ ਦੀ, ਸਾਡੀ ਸਮਝ ਦੀ, ਸਾਡੀ ਭਾਵਨਾ ਦੀ ਮਿਆਰ ਕੀ ਆ। ਜਦ ਅਸੀਂ ਕਿਸੇ ਵੀ ਘਟਨਾ ਦੇ ਵਿੱਚ ਵੀ ਗੁਜ਼ਰਦੇ ਹਾਂ ਤਦ ਪਤਾ ਚੱਲਦਾ ਵਾ ਕਿ ਅਸਲੀ ਇਸ ਵਾਕ ਦੀ ਜਾਂ ਇਸ ਕਹੇ ਹੋਏ ਸ਼ਲੋਕ ਦੀ ਜਾਂ ਇਸ ਉਚਾਰੀ ਹੋਈ ਘਟਨਾ ਦੀ ਸਮਝ ਕੀ ਆ, ਅਸਲੀਅਤ ਕੀ ਆ। ਸੰਨਿਆਸ ਇੱਕ ਐਸਾ ਡਿਮੈਂਸ਼ਨ ਆ ਜਿਸ ਨੇ ਵਿਅਕਤੀ ਨੂੰ, ਇਨਸਾਨ ਨੂੰ ਅਸਲੀਅਤ ਦੇ ਵਿੱਚ ਦੀ ਲੈ ਕੇ ਗੁਜ਼ਰਨਾ ਵਾ। ਜਦ ਮਨ ਤਿਆਗੀ ਹੁੰਦਾ, ਕੱਪੜੇ ਅਸੀਂ ਪਹਿਨ ਲਏ ਉਸ ਵਕਤ ਨਹੀਂ, ਜਦ ਮਨ ਤਿਆਗੀ ਹੁੰਦਾ ਤਾਂ ਸੰਨਿਆਸ ਸ਼ੁਰੂ ਹੁੰਦਾ। ਪੀਲੇ ਕੱਪੜੇ ਉਦੋਂ ਜਿਸਮ ਦੇ ਉੱਤੇ ਨਹੀਂ, ਸਾਡੇ ਮਨ ਦੀ ਤਿਆਗੀ ਭਾਵਨਾ ਦਾ ਜੋ ਰੰਗ ਹੁੰਦਾ ਵਾ ਉਹ ਪੀਲਾ ਹੁੰਦਾ ਵਾ। ਉਦਾਸੀ, ਮਨ ਦੀ ਉਦਾਸੀ। ਮਨ ਜਦੋਂ ਸੰਸਾਰ ਦੀ ਡਿਮੈਂਸ਼ਨ ਤੋਂ ਅੱਕ ਜਾਂਦਾ, ਉਚੇਟ ਹੋ ਜਾਂਦਾ, ਉਸ ਦਾ ਜੀਣ ਨੂੰ ਜੀ ਨਹੀਂ ਕਰਦਾ। ਉਦਾਸ, ਜਦ ਮਨ ਦੇ ਵਿੱਚ ਉਦਾਸੀ ਆਉਂਦੀ ਆ, ਮਨ ਦੀ ਉਦਾਸੀ ਇੰਨੀ ਗਹਿਰੀ ਹੁੰਦੀ ਆ, ਓਨੀ ਸਾਡੇ ਵਿੱਚ ਖੂਨ ਦੀ ਕਮੀ ਹੋ ਜਾਵੇ ਤਾਂ ਰੰਗ ਦਾ, ਸਾਡੀ ਸਕਿਨ ਦਾ ਰੰਗ ਪੀਲਾ ਨਹੀਂ ਹੁੰਦਾ। ਪਰ ਜੇ ਉਦਾਸੀ ਹੋ ਜਾਵੇ, ਉਦਾਸੀ ਦੇ ਨਾਲ ਸਾਡੀ ਜੋ ਸਕਿਨ ਆ, ਚਮੜੀ ਆ, ਇਸ ਦੇ ਵਿੱਚੋਂ ਵੀ ਪੀਲੇ ਰੰਗ ਦੀ ਝਲਕ ਸ਼ੁਰੂ ਹੋਣ ਲੱਗ ਜਾਂਦੀ ਆ। ਉਦਾਸੀ ਅਤੇ ਫਿਕਰ, ਇਹ ਦੋਨੇ ਖੂਨ ਨੂੰ ਪੀਂਦੇ ਨੇ। ਪੀਲਾ ਰੰਗ ਵੀ ਉਦਾਸੀ ਦਾ ਰੰਗ ਆ। ਜਿਸ ਤਰ੍ਹਾਂ ਕਿ ਜੋ ਨਿਰਾਸ਼ਾ ਵਾ, ਇਸ ਦਾ ਰੰਗ ਹੁੰਦਾ ਕਾਲਾ। ਨਿਰਾਸ਼ ਹੋਇਆ ਜੋ ਇਨਸਾਨ ਹੁੰਦਾ, ਉਸ ਦੀ ਸਕਿਨ ਦੇ ਵਿੱਚੋਂ ਕਾਲੇ ਰੰਗ ਦੀ ਝਲਕ ਆਉਣੀ ਸ਼ੁਰੂ ਹੋ ਜਾਂਦੀ ਆ। ਜਿਹੜਾ ਕਾਲਾ ਰੰਗ ਆ ਇਹ ਮੌਤ ਦੀ ਔਰ ਲੈ ਕੇ ਜਾਂਦਾ ਬੰਦੇ ਨੂੰ, ਅਤੇ ਜੋ ਪੀਲਾ ਰੰਗ ਆ ਇਹ ਬਦਲਾਹਟ ਦੀ ਵੱਲ ਲੈ ਕੇ ਜਾਂਦਾ ਵਾ। ਅੱਜ ਕੋਈ ਵੀ ਵਿਅਕਤੀ ਆ, ਜੋ ਵੀ ਅਸੀਂ ਕਰਦੇ ਹਾਂ ਅਣਜਾਣੇ ਦੇ ਵਿੱਚ, ਜੋ ਵੀ ਅਸੀਂ ਕਰਦੇ ਹਾਂ, ਜੋ ਵੀ ਸਾਨੂੰ ਕਰਨਾ ਪੈਂਦਾ ਵਾ, ਇਸ ਦੇ ਵਿੱਚ ਚਾਹੇ ਸਾਡੀ ਸਮਝ ਹੋਵੇ ਚਾਹੇ ਨਾ ਹੋਵੇ, ਪਰ ਜਦ ਅਸੀਂ ਸੰਸਾਰੀ ਲੈਵਲ ਦੇ ਉੱਤੇ ਥੱਕ ਜਾਂਦੇ ਹਾਂ, ਬੋਰ ਹੋ ਜਾਂਦੇ ਹਾਂ, ਅੱਕ ਜਾਂਦੇ ਹਾਂ, ਤਦ ਜਦ ਅਸੀਂ ਨਵੇਂ ਜ਼ਿੰਦਗੀ ਦੇ ਤਰੀਕੇ ਨੂੰ ਨਵੇਂ ਢੰਗ ਦੇ ਨਾਲ ਜੀਣ ਦੀ ਆਰਜ਼ੂ ਦੇ ਨਾਲ ਭਰਦੇ ਹਾਂ, ਤਦ ਨਵੀਂ ਰਾਹ 'ਤੇ ਜਦ ਅਸੀਂ ਚੱਲਦੇ ਹਾਂ, ਉਹ ਨਵੀਂ ਰਾਹ ਸਾਨੂੰ ਪੁਰਾਣੀ ਰਾਹ ਦੀ ਸਮਝ ਦਿੰਦੀ ਆ। ਤਦ ਸਾਨੂੰ ਪਤਾ ਲੱਗਦਾ ਜਿਹੜੇ ਗਲਤ ਐਕਸ਼ਨ ਆ ਜਾਂ ਸਾਡੇ ਸਹੀ ਐਕਸ਼ਨ ਸੀ, ਇਸ ਦਾ ਸਾਡੀ ਜ਼ਿੰਦਗੀ ਦੇ ਨਾਲ ਕੋਈ ਸਰੋਕਾਰ ਨਹੀਂ ਸੀ। ਸਾਡੀ ਜ਼ਿੰਦਗੀ ਦੇ ਨਾਲ ਜੋ ਸਰੋਕਾਰ ਸੀ ਉਹ ਸੀ ਸਾਡੀ ਭਾਵਨਾ ਦਾ। ਕਿਉਂਕਿ ਉਸ ਵਕਤ ਸਾਨੂੰ ਪਤਾ ਲੱਗਦਾ ਜੋ ਵੀ ਅਸੀਂ ਗਲਤ ਕੀਤਾ ਜਾਂ ਅਸੀਂ ਸਹੀ ਕੀਤਾ ਵਾ, ਉਹਨਾਂ ਦੋਹਾਂ ਦੇ ਕਾਰਨ ਹੀ ਸਾਨੂੰ ਜ਼ਿੰਦਗੀ ਦੀ ਨਵੀਂ ਦਿਸ਼ਾ ਮਿਲੀ ਆ। ਜਿਸ ਰਾਹ ਨੇ ਸਾਨੂੰ ਜ਼ਿੰਦਗੀ ਦੇ ਵਿੱਚ ਸੁੰਦਰ ਮੰਜ਼ਿਲ ਦਿੱਤੀ ਹੋਵੇ, ਉਹ ਗਲਤ ਕਿੰਜ ਹੋ ਸਕਦੀ ਹੈ? ਸਾਨੂੰ ਸਾਡੇ ਐਕਸ਼ਨ ਦੇ ਨਾਲੋਂ ਪਹਿਲਾਂ ਸਾਡੀ ਭਾਵਨਾ ਦੇ ਵੱਲ ਜਾਣਾ ਪਊਗਾ। ਸਾਡੀ ਭਾਵਨਾ ਨੂੰ ਦੇਖਣਾ ਪਊਗਾ ਕਿ ਸਾਡੀ ਉਸ ਐਕਸ਼ਨ ਕਰਨ ਦੇ ਵਿੱਚ ਭਾਵਨਾ ਕੀ ਸੀ। ਇਸ ਦਾ ਮਤਲਬ ਆ ਕਿ ਜੋ ਸਹੀ ਸੀ ਉਹ ਹੀ ਹੋਇਆ ਵਾ, ਚਾਹੇ ਉਹ ਗਲਤ ਤਰੀਕੇ ਦੇ ਨਾਲ ਹੋਇਆ।
ਸਹੀ ਜਾਂ ਗਲਤ, ਜਦ ਤੱਕ ਸਾਨੂੰ ਜ਼ਿੰਦਗੀ ਦੀ ਅਸਲੀਅਤ ਦਾ ਨਹੀਂ ਪਤਾ ਚੱਲਦਾ, ਅਸੀਂ ਆਪਣੀ ਸੋਚ ਦੇ ਮੁਤਾਬਕ, ਅਸੀਂ ਆਪਣੇ ਹਾਲਾਤਾਂ ਦੇ ਮੁਤਾਬਕ, ਅਸੀਂ ਆਪਣੀ ਦਸ਼ਾ ਦੇ ਮੁਤਾਬਕ ਹੀ ਸਹੀ ਅਤੇ ਗਲਤ ਦਾ ਨਿਰਣੇ ਲੈਂਦੇ ਹਾਂ। ਪਰ ਅਸਲੀਅਤ ਦੇ ਵਿੱਚ ਸਹੀ ਅਤੇ ਗਲਤ ਦਾ ਸਾਨੂੰ ਉਸ ਵਕਤ ਹੀ ਪਤਾ ਚੱਲੂਗਾ ਜਦ ਅਸੀਂ ਜ਼ਿੰਦਗੀ ਦੀ ਅਸਲੀਅਤ ਤੋਂ ਜਾਣੂ ਹੁੰਦੇ ਹਾਂ। ਹੁਣ ਵੀ ਇਸ ਤਰ੍ਹਾਂ ਕੀ ਹੁੰਦਾ, ਮੈਂ ਚੁੱਪ ਦੇ ਵਿੱਚ ਖੜੀ ਹਾਂ, ਮੈਂ ਚੁੱਪ ਦੇ ਡਿਮੈਂਸ਼ਨ ਦੇ ਵਿੱਚ ਹਾਂ। ਮੇਰੀ ਗਹਿਰੀ ਉਦਾਸੀ ਦੇ ਨਾਲ ਮੇਰਾ ਸਾਥ ਹੈ। 20 ਦਿਨ ਹੋ ਗਏ ਮੇਰੀ ਉਦਾਸੀ ਤੇ ਮੇਰਾ ਚੁੱਪ ਡਿਮੈਂਸ਼ਨ ਆ ਜੋ ਮੈਨੂੰ ਹਸਾਉਣ ਦੀ ਕੋਸ਼ਿਸ਼ ਕਰਦਾ ਵਾ। ਮੈਂ ਦੇਖਦੀ ਹਾਂ ਕਿੰਨੀ ਸੁੰਦਰ ਦਾਸਤਾਨ ਹੋਊਗੀ ਜਦ ਅਸੀਂ ਆਪਣੇ ਹੀ ਅੰਦਰ ਹੱਸਣ ਨੂੰ ਪੈਦਾ ਹੁੰਦੇ ਦੇਖਾਂਗੇ, ਰੋਣੇ ਨੂੰ ਪੈਦਾ ਹੁੰਦੇ ਦੇਖਾਂਗੇ। ਕਿਸ ਤਰ੍ਹਾਂ ਸਾਡੀ ਕੋਈ ਭਾਵਨਾ ਸਾਡਾ ਹਾਸਾ ਬਣ ਜਾਂਦੀ ਆ, ਸਾਡੀ ਕੋਈ ਭਾਵਨਾ ਸਾਡਾ ਰੋਣਾ ਬਣ ਜਾਂਦੀ ਆ। ਅਮੇਜ਼ਿੰਗ। ਹੁਣ ਚੁੱਪ ਅਤੇ ਉਦਾਸੀ ਦੇ ਪੈਦਾ ਹੋ ਰਿਹਾ ਵਾ ਹਾਸਾ। 20 ਦਿਨ ਹੋ ਗਏ ਇਹ ਹਾਸਾ ਵਾ ਜਿਹੜਾ ਹੱਸਣੇ ਮੰਗਦਾ ਵਾ। ਕਿੰਨੀ ਸੋਹਣੀ ਗੱਲ ਆ ਕਿ ਜਿਸ ਚੀਜ਼ ਤੋਂ ਮੈਂ ਅਣਜਾਣ ਆ, ਜਿਸ ਚੀਜ਼ ਦਾ ਮੈਨੂੰ ਪਤਾ ਨਹੀਂ ਕਿ ਹਾਸਾ ਕਿੰਝ ਪੈਦਾ ਹੁੰਦਾ, ਰੋਣਾ ਕਿੰਝ ਪੈਦਾ ਹੁੰਦਾ, ਉਹੀ ਚੀਜ਼ ਚੁੱਪ ਅਤੇ ਉਦਾਸੀ ਪੈਦਾ ਕਰ ਰਹੀ ਆ ਅਤੇ ਮੈਂ ਜਾਣ ਰਹੀ ਹਾਂ ਕਿ ਇਹ ਹਾਸਾ ਪੈਦਾ ਹੁੰਦਾ। ਅਮੇਜ਼ਿੰਗ। ਕਿਸ ਤਰ੍ਹਾਂ? ਕਿਉਂਕਿ ਸਾਡਾ ਚੇਤਨ ਸਵਰੂਪ, ਜੋ ਸਾਡੀ ਚੇਤਨਾ ਨੂੰ, ਚਾਹੇ ਅਸੀਂ ਅੱਜ ਜ਼ਿੰਦਗੀ ਨੂੰ ਜਿਸ ਤਰ੍ਹਾਂ ਵੀ ਮਰਜ਼ੀ ਹੰਢਾਉਂਦੇ ਹੋਈਏ, ਸਾਡੀ ਚੇਤਨਾ ਜੀਂਦੀ ਆ, ਸਾਡੀ ਚੇਤਨਾ ਜਾਗਦੀ ਆ। ਅਸੀਂ ਨਹੀਂ ਜਾਗਦੇ ਕਿਉਂਕਿ ਅਸੀਂ ਮਨ ਦੇ ਡਿਮੈਂਸ਼ਨ ਦੇ ਵਿੱਚ ਆ। ਅਸੀਂ ਸੋਚ ਦੇ ਰਾਹੀਂ ਉਸ ਚੀਜ਼ ਨੂੰ ਦੇਖਦੇ ਹਾਂ, ਅਸੀਂ ਆਪਣੀ ਸਮਝ ਦੇ ਮੁਤਾਬਕ ਉਸ ਚੀਜ਼ ਨੂੰ ਦੇਖਦੇ ਹਾਂ, ਅਸੀਂ ਆਪਣੀ ਦਸ਼ਾ ਦੇ ਮੁਤਾਬਕ ਉਸ ਚੀਜ਼ ਨੂੰ ਦੇਖਦੇ ਹਾਂ, ਜਾਂ ਅਸੀਂ ਆਪਣੇ ਹਾਲਾਤ ਦੇ ਮੁਤਾਬਕ ਉਸ ਚੀਜ਼ ਨੂੰ ਦੇਖਦੇ ਹਾਂ। ਪਰ ਚੇਤਨਾ ਉਸ ਚੀਜ਼ ਤੋਂ ਪਰੇ ਆ, ਉਹ ਸਾਰੀ ਚੀਜ਼ ਨੂੰ ਦੇਖ ਰਹੀ ਆ। ਮੈਂ ਨਹੀਂ ਜਾਣਦੀ ਮੇਰੇ ਅੰਦਰ ਕੀ ਪੈਦਾ ਹੋ ਰਿਹਾ ਵਾ, ਮੈਨੂੰ ਪਤਾ ਪਰ ਮੇਰੇ ਅੰਦਰ ਕੋਈ ਹਿਲ ਜੁਲ ਆ, ਪਰ ਮੈਂ ਕਹਿ ਰਹੀ ਹਾਂ ਕਿ ਮੇਰੇ ਅੰਦਰ ਹਾਸਾ ਪੈਦਾ ਹੋ ਰਿਹਾ ਵਾ। ਅਸੀਂ ਮਨ ਦੇ ਡਿਮੈਂਸ਼ਨ ਦੇ ਵਿੱਚ ਵੀ ਜਦੋਂ ਜ਼ਿੰਦਗੀ ਨੂੰ ਦੇਖਦੇ ਹਾਂ ਬਿਲਕੁਲ ਹੋਰ ਤਰ੍ਹਾਂ ਵਾ। ਜਦ ਅਸੀਂ ਚੇਤਨਾ ਦੇ ਵਿੱਚ ਵੀ ਜ਼ਿੰਦਗੀ ਨੂੰ ਦੇਖਾਂਗੇ ਤਾਂ ਜ਼ਿੰਦਗੀ ਦਾ ਜੋ ਰੰਗ ਰੂਪ ਆਕਾਰ ਆ ਬਿਲਕੁਲ ਹੀ ਡਿਫਰੈਂਟ, ਬਿਲਕੁਲ ਹੀ ਅਲੱਗ ਤਰ੍ਹਾਂ ਦਾ ਵਾ। ਹੁਣ ਮੈਂ ਇਸ ਨੂੰ ਸੋਚਦੀ ਹਾਂ, ਨਾਲ ਮੇਰੇ ਮਨ ਦਾ ਡਿਮੈਂਸ਼ਨ ਆ, ਨਾਲ ਮੇਰੀ ਚੇਤਨਾ ਦਾ ਡਿਮੈਂਸ਼ਨ ਆ। ਮੇਰਾ ਮਨ ਕਹਿੰਦਾ ਪਾਗਲਪਨ ਆ, ਕਿਉਂਕਿ ਮੈਂ ਮਹਿਸੂਸ ਕਰ ਚੁੱਕੀ ਹਾਂ ਕਿ ਹੁਣ ਮੈਂ ਜ਼ਿੰਦਗੀ ਦੇ ਵਿੱਚ ਕਦੇ ਹੱਸ ਹੀ ਨਹੀਂ ਸਕਦੀ। ਮੈਂ ਹੱਸ ਕਿਵੇਂ ਸਕਦੀ ਹਾਂ? ਇਹ ਕਿੰਝ ਹੋ ਸਕਦਾ? ਪਰ ਨਾਲ ਹੀ ਮੇਰੀ ਚੇਤਨਾ ਵਾ, ਉਹ ਮੈਨੂੰ ਦੱਸ ਰਹੀ ਆ ਇਹ ਹਾਸਾ ਵਾ। 21ਵੇਂ ਦਿਨ ਜਿਵੇਂ ਲਾਵਾ ਫੁੱਟਦਾ ਵਾ, ਕਿਸ ਤਰ੍ਹਾਂ ਪਹਾੜੀ ਨੂੰ ਫੜ ਕੇ ਲਾਵਾ ਫੁੱਟਦਾ। ਮੈਂ ਆ ਕੇ ਮਾਰਨਿੰਗ ਵਾਕ ਤੋਂ ਆ ਕੇ ਮੰਜੇ ਦੇ ਉੱਤੇ ਪਈਆਂ, ਅੱਖਾਂ ਮੀਚੀਆਂ ਹੀ ਨੇ, ਤਰਬਕ ਕੇ ਉੱਠਦੀਆਂ, ਉੱਚੀ ਉੱਚੀ ਹੱਸਣਾ ਸ਼ੁਰੂ ਕਰ ਦੇਣੀਆਂ। ਆ ਗਈ, ਲਾਵਾ ਫੁੱਟ ਗਿਆ, ਹੱਸੀ ਨੇ ਆਉਣਾ ਸੀ, ਆ ਗਈ। ਪਰ ਹੱਸੀ ਆਈ ਕਿਉਂ ਆ? ਉਹਦਾ ਆਉਣ ਦਾ ਮਤਲਬ ਕੀ ਆ? ਇਹ ਕਿਸ ਲੈਵਲ ਤੋਂ ਆਈ ਹੈ? ਕਿਉਂ ਆਈ ਆ? ਕਾਹਤੋਂ ਆਈ ਆ? ਮੇਰੇ ਅੰਦਰ ਅਜਿਹੀ ਕਿਹੜੀ ਘਟਨਾ ਵਾਪਰੀ ਆ ਕਿ ਮੈਨੂੰ ਹਾਸਾ ਆਇਆ? ਮੈਂ ਅਣਜਾਣ। ਇੱਕ ਬੰਦਾ ਹੱਸ ਰਿਹਾ ਵਾ, ਉਹ ਕਹਿ ਰਿਹਾ ਵਾ ਕਿ ਮੈਂ ਅਣਜਾਣ ਹਾਂ। ਇਹ ਕਿੰਝ ਹੋ ਸਕਦਾ ਵਾ? ਹੱਸੀ ਆਈ ਆ, ਹੱਸ ਰਹੀ ਆ, ਪਰ ਨਾਲ ਦੀ ਨਾਲ ਮੈਂ ਦੇਖ ਰਹੀ ਹਾਂ ਕਿ ਇਹ ਹੱਸੀ ਮੇਰੇ ਲਈ ਸਵਾਲੀਆ ਚਿੰਨ੍ਹ ਬਣ ਕੇ ਮੇਰੀ ਗਹਿਰਾਈ ਦੇ ਵਿੱਚ ਖੜੀ ਆ। ਪਰ ਮੇਰਾ ਹੱਸਣਾ ਖਤਮ ਨਹੀਂ ਹੋਇਆ। ਪਰ ਨਾਲ ਦੀ ਨਾਲ ਮੇਰਾ ਜਿਹੜਾ ਧਿਆਨ ਆ ਉਹ ਕਿਸ ਤਰ੍ਹਾਂ ਹਾਸੀ ਦਾ ਜੋ ਮੇਰਾ ਸਵਾਲ ਚਿੰਨ੍ਹ ਉਹਦੇ ਉੱਤੇ ਖੜਾ ਵਾ। ਉਹ ਧਿਆਨ ਵੀ ਮੇਰਾ ਘਟਿਆ ਨਹੀਂ ਤੇ ਹੱਸੀ ਵੀ ਮੇਰੀ ਘਟੀ ਨਹੀਂ। ਕੁਛ ਹੋ ਗਿਆ। ਕੀ ਹੋਇਆ?
ਕੁਝ ਵੀ ਪਤਾ ਨਹੀਂ, ਪਰ ਇੰਨਾ ਪਤਾ ਲੱਗ ਗਿਆ ਕਿ ਕੁਝ ਨਵਾਂ ਹੋ ਗਿਆ, ਕੁਝ ਤਾਜ਼ਾ ਹੋ ਗਿਆ। ਇਹ ਅਜਿਹੀ ਭਾਵਨਾ ਸੀ ਜਿਸ ਨੂੰ ਮੈਂ ਜਾਣਦੀ ਤੱਕ ਨਹੀਂ ਸੀ। ਕੀ ਨਵਾਂ ਹੋਇਆ, ਕੀ ਤਾਜ਼ਾ ਹੋਇਆ, ਕੁਝ ਵੀ ਪਤਾ ਨਹੀਂ। ਇੰਝ ਲੱਗਦਾ ਸੀ ਕਿ ਅੱਜ ਤੋਂ ਪਹਿਲਾਂ ਦਾ ਜੋ ਵੀ ਮੈਂ ਜੀਵਨ ਜੀ ਹਾਂ, ਜੋ ਵੀ ਅੱਜ ਤੱਕ ਦੇ ਮੈਂ 37 ਸਾਲ ਜੀ ਹਾਂ, ਉਹ ਸਭ ਦੇ ਸਭ ਇੱਕ ਸੁਪਨਾ ਸੀ। ਹਾਲਾਂਕਿ ਮੈਂ ਆਪਣੇ ਚੁਗਿਰਦੇ ਦੇ ਵਿੱਚ, ਆਪਣੇ ਘਰ-ਬਾਰ ਦੇ ਵਿੱਚ, ਆਪਣੇ ਦੋਸਤ ਮਿੱਤਰਾਂ ਦੇ ਵਿੱਚ ਇੱਕ ਅਜਿਹਾ ਇਨਸਾਨ ਸੀ ਜੋ ਆਮ ਜ਼ਿੰਦਗੀ ਨੂੰ ਬਹੁਤ ਸੀਰੀਅਸ ਲੈਂਦਾ ਸੀ, ਹਰ ਮਸਲੇ ਨੂੰ ਸੀਰੀਅਸ ਲੈਂਦਾ ਸੀ। ਮਤਲਬ ਕਿ ਬਹੁਤ ਸੋਚ ਸਮਝ ਕੇ ਜ਼ਿੰਦਗੀ ਨੂੰ ਗਹਿਰਾਈ ਦੇ ਨਾਲ ਦੇਖਦਾ ਸੀ। ਮੈਨੂੰ ਹੀ ਮੇਰੀ ਜ਼ਿੰਦਗੀ ਬੀਤੀ ਹੋਈ ਸੁਪਨਾ ਲੱਗ ਰਹੀ ਸੀ। ਮੈਨੂੰ ਐਵੇਂ ਲੱਗਦਾ ਸੀ ਮੈਂ ਹੁਣੀ ਪੈਦਾ ਹੋਈ ਹਾਂ। ਜਿਸ ਤਰ੍ਹਾਂ ਹੁੰਦਾ ਨਹੀਂ ਗਾ, ਜਿਸ ਤਰ੍ਹਾਂ ਕੋਈ ਅਣਜਾਣੇਪਣ ਦੇ ਵਿੱਚ ਅਤੇ ਹੈਰਾਨੀ ਭਾਵ, ਇਹਨਾਂ ਦੋਹਾਂ ਭਾਵਾਂ ਨੂੰ ਇਕੱਠਾ ਕਰ ਲਓ। ਮੈਂ ਅਣਜਾਣੀ ਵੀ ਹਾਂ ਅਤੇ ਮੈਂ ਹੈਰਾਨਗੀ ਦੇ ਵਿੱਚ ਵੀ ਹਾਂ। ਹੈਰਾਨਗੀ ਅਤੇ ਅਣਜਾਣਾਪਣ, ਇਸ ਦੇ ਵਿੱਚ ਸਾਰਾ ਸੰਸਾਰ ਬਦਲਿਆ ਹੋਇਆ ਦਿਖਾਈ ਦਿੰਦਾ। ਮੈਂ ਬਦਲੀ ਹੋਈ ਦਿਖਾਈ ਦਿੰਦੀ ਹਾਂ। ਮੈਨੂੰ ਐਵੇਂ ਲੱਗਦਾ ਮੈਂ ਤਾਂ ਪੈਦਾ ਹੀ ਹੁਣ ਹੋਈ ਹਾਂ। ਇਹ ਹੋਇਆ ਕੀ? ਮੇਰਾ ਇਹ ਕਿਹੋ ਜਿਹੀ ਭਾਵਨਾ ਵਾ, ਕਿਹੋ ਜਿਹੀ ਸੋਚ ਆ, ਮੈਂ ਕਿਹੋ ਜਿਹੇ ਖਿਆਲ ਦੇ ਵਿੱਚ ਖੜੀ ਹਾਂ ਕਿ ਮੈਨੂੰ ਇੰਝ ਲੱਗਦਾ ਕਿ ਮੈਂ ਤਾਂ ਹੁਣੇ ਹੀ ਪੈਦਾ ਹੋਈ ਹਾਂ। ਇਹ ਹੈ ਕੀ? ਇਸ ਤੋਂ ਮੈਂ ਬਿਲਕੁਲ ਹੀ ਅਣਜਾਣ ਹਾਂ, ਕਿਉਂਕਿ ਹੁਣ ਮੈਨੂੰ ਪਤਾ ਲੱਗੂਗਾ ਕਿ ਸਾਡਾ ਪੜ੍ਹਿਆ ਹੋਇਆ, ਸਾਡਾ ਸੁਣਿਆ ਹੋਇਆ ਉਹ ਕਿੱਥੋਂ ਤੱਕ ਸਹੀ ਆ, ਕਿੱਥੋਂ ਤੱਕ ਗਲਤ ਆ। ਅਸੀਂ ਕਿੰਨਾ ਕੁ ਉਹਨੂੰ ਸਮਝਦੇ ਹਾਂ ਅਤੇ ਸਾਡੇ ਅਨੁਭਵ ਸਾਨੂੰ ਕੀ ਦੱਸਦੇ ਨੇ। ਅਸੀਂ ਸੋਚ ਸਕਦੇ ਹਾਂ ਕਿ ਸਾਨੂੰ ਜਪਜੀ ਸਾਹਿਬ ਦੀ ਸਮਝ ਆ ਗਈ। ਅਸੀਂ ਸੋਚ ਸਕਦੇ ਹਾਂ ਆਪਦੀ ਸਮਝ ਦੇ ਮੁਤਾਬਕ ਕਿ ਸਾਨੂੰ ਗੀਤਾ ਦਾ ਗਿਆਨ ਆ ਗਿਆ। ਅਸੀਂ ਸੋਚ ਸਕਦੇ ਹਾਂ ਕਿ ਸਾਨੂੰ ਕੁਰਾਨ ਦੀ ਸਮਝ ਆ ਗਈ। ਪਰ ਜਦ ਤੱਕ ਸਾਡੇ ਇਹ ਅਨੁਭਵ ਨਹੀਂ ਬਣਨਗੇ, ਤਦ ਸਾਨੂੰ ਪਤਾ ਲੱਗੂਗਾ ਕਿ ਅਸੀਂ ਜੋ ਅੱਜ ਤੱਕ ਪੜ੍ਹਿਆ ਸੀ, ਸੁਣਿਆ ਸੀ, ਦੇਖਿਆ ਸੀ, ਆਪਣੀ ਸੋਚ ਅਤੇ ਆਪਣੀ ਸਮਝ ਦੇ ਮੁਤਾਬਕ ਹੀ ਪੜ੍ਹਿਆ ਤੇ ਸੁਣਿਆ ਸੀ। ਅਸੀਂ ਬਾਬੇ ਨਾਨਕ ਦੀ ਸਮਝ ਨੂੰ ਨਹੀਂ ਸਮਝ ਸਕੇ। ਅਸੀਂ ਆਪਣੀ ਹੀ ਸਮਝ ਨੂੰ ਜਪਜੀ ਸਾਹਿਬ ਦੇ ਵਿੱਚੋਂ ਸਮਝਿਆ ਸੀ ਤੇ ਅਸੀਂ ਆਪਣੀ ਹੀ ਸਮਝ ਨੂੰ ਗੀਤਾ ਨੂੰ ਸਮਝਿਆ। ਅਸੀਂ ਆਪਣੀ ਹੀ ਸਮਝ ਦੇ ਨਾਲ ਕੁਰਾਨ ਨੂੰ ਸਮਝਿਆ, ਬਾਈਬਲ ਨੂੰ ਸਮਝਿਆ। ਪਰ ਸਾਡੇ ਅਨੁਭਵ ਜਦੋਂ ਹੋਣਗੇ ਤਦ ਅਸੀਂ ਜਾਣਾਂਗੇ ਕਿ ਸਾਡੀ ਸੋਚ ਅਤੇ ਸਾਡੀ ਸਮਝ ਕਿੰਨੀ ਨਿਆਣੀ ਸੀ। ਮੈਨੂੰ ਮੇਰੇ ਇਸ ਨਵੇਂਪਣ ਦੇ ਨਾਲ ਬੇਇੰਤਹਾ ਪ੍ਰੇਮ ਆਉਣਾ ਸ਼ੁਰੂ ਹੋ ਗਿਆ। ਮੈਂ ਤਾਂ ਮਹਿਸੂਸ ਕਰਨ ਲੱਗੀ ਕਿ ਮੈਂ ਤਾਂ ਰੋਜ਼ ਹੀ ਹੁਣ ਪੈਦਾ ਹੋ ਰਿਹਾ। ਮੈਂ ਹਰ ਰੋਜ਼ ਪੈਦਾ ਹੁੰਦੀ ਚਲੀ ਗਈ। ਮੇਰਾ ਪੈਦਾ ਹੋਣਾ ਅੱਜ ਤੱਕ ਖਤਮ ਨਹੀਂ ਹੋਇਆ। ਨਾ ਹੀ ਮੇਰਾ ਹੱਸਣਾ ਅੱਜ ਤੱਕ ਖਤਮ ਹੋਇਆ ਅਤੇ ਨਾ ਹੀ ਮੇਰਾ ਪੈਦਾ ਹੋਣਾ ਅੱਜ ਤੱਕ ਖਤਮ ਹੋਇਆ। ਇਹ ਦੋਨੇ ਹੈ ਕੀ ਨੇ? ਕਿੱਥੇ ਮੈਂ ਰੋਜ਼ ਪੈਦਾ ਹੋ ਰਹੀ ਹਾਂ ਤੇ ਕਿੱਥੇ ਮੈਂ ਰੋਜ਼ ਹੱਸ ਰਹੀ ਹਾਂ। ਇਹਨਾਂ ਦਾ ਆਪਸ ਵਿੱਚ ਸੰਬੰਧ ਕੀ ਆ? ਬਹੁਤ ਹੀ ਅਜੀਬ ਡਿਮੈਂਸ਼ਨ ਆ, ਬਹੁਤ ਹੀ ਸੁੰਦਰ ਐਕਸ਼ਨ ਆ, ਜਿੱਥੇ ਸਵਾਲ ਇੰਝ ਹੁੰਦਾ ਵਾ ਕਿ ਸਵਾਲ ਨੇ ਪਹਿਲਾਂ ਜਵਾਬ ਹੁੰਦਾ, ਜਵਾਬ ਨੇ ਆਪਣੇ ਆਪ ਨੂੰ ਸਵਾਲ ਦਾ ਰੂਪ ਦੇਣਾ ਹੁੰਦਾ ਵਾ, ਫਿਰ ਸਵਾਲ ਸਵਾਲੀਆ ਚਿੰਨ੍ਹ ਬਣ ਕੇ ਆਪਣੇ ਆਪ ਨੂੰ ਜਵਾਬ ਜੋ ਜਿਸ ਜਵਾਬ ਤੋਂ ਉਹ ਸਵਾਲ ਬਣਿਆ ਹੁੰਦਾ ਵਾ, ਉਸ ਸਵਾਲ ਨੂੰ ਫਿਰ ਉਹ ਕਿਸ ਤਰ੍ਹਾਂ ਓਪਨ ਕਰਦਾ ਵਾ, ਕਿਸ ਤਰ੍ਹਾਂ ਉਹ ਆਪਣੇ ਉਸ ਜਵਾਬ ਨੂੰ ਆਪਣੇ ਆਪ ਤੋਂ ਅਲੱਗ ਕਰਦਾ। ਅਮੇਜ਼ਿੰਗ ਸੇਮ ਜ਼ਿੰਦਗੀ। ਅਸੀਂ ਜ਼ਿੰਦਗੀ ਦੇ ਵਿੱਚ ਖੜੇ ਹਾਂ। ਜ਼ਿੰਦਗੀ ਸਾਡੇ ਲਈ ਸਵਾਲ ਦਾ ਰੂਪ ਲੈ ਕੇ ਖੜੀ ਹੁੰਦੀ ਆ। ਸਾਡੇ ਵਿੱਚ ਆਉਂਦਾ ਮੈਂ ਕੌਣ ਆ, ਮੈਂ ਕੀ ਆ, ਸੰਸਾਰ ਕੀ ਆ, ਮਨ ਕੀ ਆ, ਭਾਵਨਾ ਕੀ ਆ। 2900 ਸਵਾਲ ਸਾਡੇ ਵਿੱਚ ਪੈਦਾ ਹੁੰਦੇ ਆ। ਇਹ 2900 ਸਵਾਲ ਕਿੱਥੋਂ ਪੈਦਾ ਹੋਇਆ? ਸਾਡੀ ਹੀ ਜ਼ਿੰਦਗੀ ਦੇ ਵਿੱਚੋਂ ਜਿਸ ਨੂੰ ਅਸੀਂ ਜੀ ਰਹੇ ਹਾਂ, ਉਹ ਜ਼ਿੰਦਗੀ ਸਾਨੂੰ ਸਾਡੇ ਨਾਲ ਮਿਲਾਉਣ ਦੀ ਕੋਸ਼ਿਸ਼ ਦੇ ਵਿੱਚ ਸਵਾਲ ਬਣ ਕੇ ਸਾਡੇ ਅੱਗੇ ਆਉਂਦੀ ਆ।
ਤਾਂ ਕਿ ਜਵਾਬ ਦੇ ਨਾਲ ਸਾਨੂੰ ਰੂਬਰੂ ਕਰ ਸਕੇ, ਸਾਨੂੰ ਅਨੁਭਵ ਦੇ ਸਕੇ। ਹੁਣ ਮੇਰੇ ਅੱਗੇ ਕੀ ਆ? ਬਹੁਤ ਵੱਡਾ, ਵਿਸ਼ਾਲ ਅਤੇ ਵਿਰਾਟ ਫੈਲਾਅ, ਜੋ ਬਹੁਤ ਵੱਡਾ ਵਾ ਤੇ ਬਹੁਤ ਗਹਿਰਾ ਵਾ, ਜਿਸ ਦੀ ਗਤੀ ਬਹੁਤ ਆ, ਜਿਸ ਦੀ ਸਪੇਸ ਬਹੁਤ ਆ, ਜਿਸ ਦੇ ਵਿੱਚ ਵਕਤ ਕੀ ਆ, ਜਿਸ ਦੇ ਵਿੱਚ ਮੈਂ ਕੀ ਆ, ਚੇਤਨਾ ਕੀ ਹੁੰਦੀ ਆ, ਮਨ ਕੀ ਹੁੰਦਾ, ਪਦਾਰਥ ਕੀ ਆ, ਟੈਕਨੋਲੋਜੀ ਕੀ ਆ, ਟੈਲੀਪੈਥੀ ਕੀ ਆ, ਆਤਮਾ ਕੀ ਆ, ਪਰਮਾਤਮਾ ਕੀ ਆ, ਕਣ ਕੀ ਆ, ਬ੍ਰਹਿਮੰਡ ਕੀ ਆ। ਆਲੇ ਦੁਆਲੇ ਮੇਰੇ ਸਾਰੇ ਹੀ ਅਜਿਹੇ ਵਿਸ਼ੇ ਅੱਜ ਬੈਠੇ ਨੇ ਜੋ ਉਡੀਕ ਕਰ ਰਹੇ ਨੇ ਕਿ ਉਹ ਮੈਨੂੰ ਕਦੋਂ ਆਪਣੇ ਆਪ ਦੇ ਨਾਲ ਮਿਲਾਨ, ਮੇਰੇ ਨਾਲ ਜਾਣ ਪਹਿਚਾਣ ਕਰਨ, ਇੰਟਰੋਡਕਸ਼ਨ ਦੇਣ ਦੇ ਲਈ, ਮਤਲਬ ਕਿ ਅਨੁਭਵ ਬਣਨ ਦੇ ਲਈ। ਹੁਣ ਇੱਥੇ ਕੀ ਹੁੰਦਾ ਕਿ ਜੋ ਇਹ ਸਮਰਪਣ ਭਾਵ ਇਹ ਦਿਖਾਉਂਦਾ ਵਾ ਕਿ ਮੈਂ ਕੀ ਹਾਂ। ਸਮਰਪਿਤ ਭਾਵ ਦੇ ਨਾਲ ਹੀ ਜੋ ਸਾਡੇ ਵਿੱਚ ਐਕਸ਼ਨ ਆਉਂਦੇ ਨੇ, ਮੇਰਾ ਧਿਆਨ ਉਹ ਚੁੱਪ ਦੇ ਵਿੱਚ, ਅਤੇ ਚੁੱਪ ਦਾ ਸੁਭਾਅ ਕੀ ਆ? ਚੁੱਪਚਾਪ। ਹੁਣ ਚੁੱਪ ਨੇ ਚੁੱਪਚਾਪ ਰਹਿ ਕੇ ਹੀ ਆਪਦੇ ਅਨੁਭਵ ਨੂੰ ਮੈਨੂੰ ਦਿਖਾਉਣਾ। ਕਿੰਝ ਦਿਖਾਉਂਗੀ? ਅਮੇਜ਼ਿੰਗ। ਅੱਜ ਤੱਕ ਮੈਂ ਸੁਣਦੀ ਸੀ ਸਿੱਖਾਂ ਤੋਂ ਵੀ, ਹਿੰਦੂਆਂ ਤੋਂ ਵੀ, ਲੈ ਸੰਨਿਆਸੀ ਉੱਠਦੇ ਨੇ, ਸੰਨਿਆਸੀ ਨੂੰ ਇਹ ਇੱਕ ਅਜਿਹੀ ਨਿਗਾਹ ਦੇ ਨਾਲ ਦੇਖਦੇ ਸੀ ਕਿ ਜਿਸ ਤਰ੍ਹਾਂ ਕਿਸੇ ਨੇ ਸੰਨਿਆਸ ਲੈ ਲਿਆ ਤੇ ਉਹ ਗਲਤ ਹੋ ਗਿਆ। ਮੇਰਾ ਤਾਂ ਐਕਸਪੀਰੀਅੰਸ ਹੀ ਬਿਲਕੁਲ ਉਲਟ ਹੋ ਗਿਆ। ਸੰਨਿਆਸ ਸ਼ੁਰੂ ਹੀ ਹਾਸੇ ਤੋਂ ਹੁੰਦਾ। ਇੰਨੀ ਗਹਿਰੀ ਉਦਾਸੀ ਚੋਂ ਨਿਕਲਿਆ ਹੋਇਆ ਇਨਸਾਨ ਕਿੰਝ ਹੱਸ ਸਕਦਾ? ਜਦੋਂ ਇਹ ਹੱਸਣਾ ਸ਼ੁਰੂ ਹੁੰਦਾ, ਇਹ ਕਿੰਝ ਹੱਸਦਾ ਹੀ ਚਲਿਆ ਜਾਂਦਾ। ਜ਼ਿੰਦਗੀ ਕਿੰਝ ਹੱਸਦੀ ਚਲੀ ਜਾਂਦੀ ਹੈ। ਸੰਨਿਆਸ ਜ਼ਿੰਦਗੀ ਦਾ ਕਿੰਨਾ ਸੁੰਦਰ ਮੁਕਾਮ ਆ। ਅਮੇਜ਼ਿੰਗ। ਜਿੱਥੇ ਅਸੀਂ ਅਸਲੀਅਤ ਤੋਂ ਜਾਣੂ ਹੁੰਦੇ ਹਾਂ, ਜਿੱਥੇ ਸਾਨੂੰ ਹਰ ਪੜ੍ਹਾਈ, ਕੀ ਡਾਕਟਰੀ, ਕੀ ਸਾਈਕੋਲੋਜੀ, ਕੀ ਫਿਲਾਸਫੀ, ਇਨਸਾਨ ਆਪਣੇ ਆਪ ਦੇ ਅੰਦਰ ਹੀ ਇੱਕ ਵਿਦਵਾਨ ਬਣਨਾ ਸ਼ੁਰੂ ਹੋ ਜਾਂਦਾ। ਇੱਕ ਵਿਰਾਟਤਾ ਆਉਂਦੀ ਹੈ, ਇੱਕ ਵਿਸ਼ਾਲਤਾ ਆਉਂਦੀ ਹੈ, ਜਿਸ ਦੇ ਵਿੱਚ ਜ਼ਿੰਦਗੀ ਦੇ ਤਮਾਮ ਰੂਪ ਸ਼ਾਮਲ ਹੁੰਦੇ ਆ। ਹੁਣ ਇਸ ਮੈਨੂੰ ਚੁੱਪ ਨੇ ਦੱਸਣਾ ਵਾ ਕਿ ਸੰਨਿਆਸੀ ਮਨ ਕਿਹੋ ਜਿਹਾ ਹੁੰਦਾ ਵਾ। ਸੰਨਿਆਸੀ ਮਨ ਦੀ ਪਹਿਚਾਣ ਕੀ ਹੁੰਦੀ ਆ? ਸੰਨਿਆਸੀ ਮਨ ਜ਼ਿੰਦਗੀ ਨੂੰ ਕਿੰਝ ਦੇਖਦਾ? ਕੀ ਇਹ ਆਮ ਇਨਸਾਨ ਦੀ ਤਰ੍ਹਾਂ ਹੀ ਜ਼ਿੰਦਗੀ ਨੂੰ ਦੇਖਦਾ ਵਾ ਜਾਂ ਉਸ ਤੋਂ ਡਿਫਰੈਂਟ ਦੇਖਦਾ ਵਾ? ਜੇ ਉਹ ਡਿਫਰੈਂਟ ਦੇਖਦਾ ਤਾਂ ਕਿੰਝ ਦੇਖਦਾ? ਸੰਨਿਆਸੀ ਮਨ ਇੱਕ ਅਜਿਹਾ ਮਨ ਹੁੰਦਾ, ਉਸ ਵਿਅਕਤੀ ਨੂੰ ਇੰਝ ਲੱਗਦਾ ਕਿ ਮੈਂ ਬਹੁਤ ਹੀ ਵੱਡੇ ਤੇ ਬਹੁਤ ਹੀ ਸੰਘਣੇ ਜੰਗਲ ਦੇ ਵਿੱਚ ਭਟਕ ਗਿਆ। ਮੈਨੂੰ ਪਤਾ ਨਹੀਂ ਲੱਗਦਾ ਮੈਂ ਕਿਹੜੇ ਰਾਹ ਤੇ ਜਾਵਾਂ, ਕਿਸ ਦਿਸ਼ਾ 'ਚ ਜਾਵਾਂ, ਮੈਂ ਕਿੱਧਰ ਨੂੰ ਜਾਵਾਂ। ਸੰਸਾਰ ਉਸ ਦੇ ਲਈ ਇੱਕ ਬਹੁਤ ਗਹਿਰਾ ਅਤੇ ਬਹੁਤ ਸੰਘਣਾ ਤੇ ਬਹੁਤ ਵੱਡਾ ਜੰਗਲ ਹੁੰਦਾ।